ਅੱਜ ਆਪਾਂ ਗੱਲ ਕਰਾਂਗੇ ਡੇਰਾ ਸੱਚਖੰਡ ਬੱਲਾ ਦੀ, ਜਿਸ ਨੂੰ ਰਵਿਦਾਸੀਆ ਧਰਮ ਦਾ ਦਿਲ ਵੀ ਕਿਹਾ ਜਾਂਦਾ ਹੈ। ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਇਹ ਜਗ੍ਹਾ ਇੱਕ ਅਜਿਹੇ ਸਮਾਜ ਨੂੰ ਬਣਾਉਣ ਦੇ ਮਿਸ਼ਨ ਤੇ ਹੈ ਜਿੱਥੇ ਜਾਤ-ਪਾਤ ਲਈ ਕੋਈ ਥਾਂ ਨਾ ਹੋਵੇ। ਤਾਂ ਇਸ ਸਾਰੀ ਲਹਿਰ ਦੀ ਜੜ ਕਿੱਥੇ ਹੈ? ਇਹ ਜੁੜੀ ਹੈ ਗੁਰੂ ਰਵਿਦਾਸ ਜੀ ਦੇ ਇੱਕ ਬਹੁਤ ਹੀ ਖੂਬਸੂਰਤ ਸੁਪਨੇ ਨਾਲ, ਜਿਸ ਨੂੰ ਉਹਨਾਂ ਨੇ ਬੇਗਮਪੁਰਾ ਕਿਹਾ, ਯਾਨੀ ਬਿਨਾਂ ਗਮ ਦੀ ਧਰਤੀ। ਇੱਕ ਅਜਿਹੀ ਥਾਂ ਜਿੱਥੇ ਕੋਈ ਦੁੱਖ ਨਾ ਹੋਵੇ, ਕੋਈ ਜ਼ੁਲਮ ਨਾ ਹੋਵੇ ਤੇ ਸਾਰੇ ਬਰਾਬਰ ਹੋਣ। ਇਹੀ ਉਹ ਬੁਨਿਆਦੀ ਸੋਚ ਹੈ ਜਿਸ ਉੱਤੇ ਪੂਰਾ ਰਵਿਦਾਸੀਆ ਮਾਰਗ ਟਿਕਿਆ ਹੋਇਆ ਹੈ। ਕਦੇ ਸੋਚਿਆ ਹੈ ਕਿ ਇੱਕ ਅਜਿਹਾ ਸਮਾਜ ਕਿਹੋ ਜਿਹਾ ਹੋਵੇਗਾ ਜਿੱਥੇ ਕੋਈ ਊਚ-ਨੀਚ, ਕੋਈ ਵਿਤਕਰਾ ਨਾ ਹੋਵੇ? ਖੈਰ, ਡੇਰਾ ਸੱਚਖੰਡ ਬੱਲਾ ਇਸੇ ਸਵਾਲ ਦਾ ਇੱਕ ਜਿਉਂਦਾ ਜਾਗਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਚਲੋ ਦੇਖਦੇ ਹਾਂ ਕਿਵੇਂ। ਤਾਂ ਫਿਰ ਗੱਲ ਆਂਦੀ ਹੈ ਕਿ ਬੇਗਮਪੁਰਾ ਦੇ ਇਸ ਖੂਬਸੂਰਤ ਸੁਪਨੇ ਨੂੰ, ਇਸ ਸੋਚ ਨੂੰ ਜ਼ਮੀਨ ਤੇ ਕਿਵੇਂ ਉਤਾਰਿਆ ਗਿਆ। ਇਸ ਦਾ ਜਵਾਬ ਸਾਨੂੰ ਮਿਲਦਾ ਹੈ ਡੇਰਾ ਸੱਚਖੰਡ ਬੱਲਾ ਵਿੱਚ, ਜੋ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦਾ ਇੱਕ ਵੱਡਾ ਕੇਂਦਰ ਹੈ। ਦੇਖੋ, ਪੰਜਾਬ ਦੇ ਜਲੰਧਰ ਵਿੱਚ ਬਣਿਆ ਇਹ ਡੇਰਾ ਸਿਰਫ ਕੋਈ ਇਮਾਰਤ ਜਾਂ ਧਾਰਮਿਕ ਸਥਾਨ ਹੀ ਨਹੀਂ, ਸਗੋਂ ਇਹ ਦੁਨੀਆ ਭਰ ਦੇ ਰਵਿਦਾਸੀਆ ਭਾਈਚਾਰੇ ਲਈ ਇੱਕ ਪਾਵਰ ਸੈਂਟਰ ਹੈ, ਇੱਕ ਧੁਰਾ ਹੈ। ਇਹ ਉਹ ਥਾਂ ਹੈ ਜਿੱਥੇ ਦੁਨੀਆ ਦੇ ਕੋਨੇ-ਕੋਨੇ ਤੋਂ ਗੁਰੂ ਰਵਿਦਾਸ ਜੀ ਦੇ ਪੈਰੋਕਾਰ ਆਉਂਦੇ ਨੇ ਤੇ ਬਰਾਬਰੀ ਦਾ ਸੁਨੇਹਾ ਲੈ ਕੇ ਜਾਂਦੇ ਨੇ। ਪਰ ਸਵਾਲ ਇਹ ਹੈ ਕਿ ਇੰਨਾ ਵੱਡਾ ਕੇਂਦਰ ਇਹ ਬਣਿਆ ਕਿਵੇਂ? ਇਸ ਦੀ ਕਹਾਣੀ ਕੀ ਹੈ? ਚਲੋ ਥੋੜਾ ਪਿੱਛੇ ਚੱਲਦੇ ਹਾਂ ਤੇ ਇਸ ਦੀਆਂ ਜੜ੍ਹਾਂ ਨੂੰ ਫਰੋਲਦੇ ਹਾਂ। ਇਹ ਕਹਾਣੀ ਸ਼ੁਰੂ ਹੁੰਦੀ ਹੈ 20ਵੀਂ ਸਦੀ ਦੇ ਸ਼ੁਰੂ ਵਿੱਚ, ਜਦੋਂ ਬਾਬਾ ਪਿਪਲਦਾਸ ਜੀ ਅਤੇ ਉਹਨਾਂ ਦੇ ਸਪੁੱਤਰ ਸੰਤ ਸਰਵਨਦਾਸ ਜੀ ਨੇ ਇਸ ਦੀ ਨੀਂਹ ਰੱਖੀ। ਖਾਸ ਕਰਕੇ ਸੰਤ ਸਰਵਨਦਾਸ ਜੀ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ ਇਸ ਮਿਸ਼ਨ ਨੂੰ ਅੱਗੇ ਵਧਾਉਣ ਲਈ। ਇੱਕ ਛੋਟੀ ਜਿਹੀ ਥਾਂ ਨੂੰ ਇੱਕ ਬਹੁਤ ਵੱਡੇ ਅੰਦੋਲਨ ਵਿੱਚ ਬਦਲ ਦਿੱਤਾ। ਫਿਰ 1972 ਵਿੱਚ ਜ਼ਿੰਮੇਵਾਰੀ ਸੰਤ ਹਰੀਦਾਸ ਜੀ ਕੋਲ ਆਈ ਤੇ ਅੱਜ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਹੇਠ ਇਹ ਡੇਰਾ ਪੂਰੀ ਦੁਨੀਆ ਵਿੱਚ ਆਪਣਾ ਸੁਨੇਹਾ ਪਹੁੰਚਾ ਰਿਹਾ ਹੈ। ਤਾਂ ਇਸ ਸਾਰੀ ਲਹਿਰ, ਇਸ ਸਾਰੇ ਕੰਮ ਦੇ ਪਿੱਛੇ ਦੀ ਅਸਲ ਵਿਚਾਰਧਾਰਾ ਕੀ ਹੈ? ਇਹ ਹੈ ਜਾਤ-ਪਾਤ ਦੇ ਸਿਸਟਮ ਨੂੰ ਇੱਕ ਸਿੱਧੀ ਤੇ ਕਰਾਰੀ ਚੁਣੌਤੀ। ਗੁਰੂ ਰਵਿਦਾਸ ਜੀ ਨੇ ਨਾ ਜਾਤ ਨੂੰ ਸਮਝਾਉਣ ਲਈ ਬੜੀ ਕਮਾਲ ਦੀ ਮਿਸਾਲ ਦਿੱਤੀ ਹੈ, ਕੇਲੇ ਦੇ ਤਣੇ ਦੀ। ਸੋਚੋ, ਤੁਸੀਂ ਇੱਕ ਛਿਲਕਾ ਲਾਉਂਦੇ ਹੋ, ਥੱਲਿਓਂ ਇੱਕ ਹੋਰ ਨਿਕਲ ਆਉਂਦਾ ਹੈ, ਫੇਰ ਇੱਕ ਹੋਰ। ਉਹ ਕਹਿੰਦੇ ਸੀ ਕਿ ਜਾਤ ਵੀ ਬਿਲਕੁਲ ਏਦਾਂ ਹੀ ਹੈ, ਪਰਤਾਂ ਦੇ ਉੱਤੇ ਪਰਤਾਂ। ਤੇ ਜਦੋਂ ਤੱਕ ਇਹ ਸਾਰੀਆਂ ਪਰਤਾਂ, ਇਹ ਜਾਤ-ਪਾਤ ਖਤਮ ਨਹੀਂ ਹੁੰਦੀ, ਉਦੋਂ ਤੱਕ ਇਨਸਾਨ ਅਸਲ ਵਿੱਚ ਇੱਕ ਦੂਜੇ ਨਾਲ ਜੁੜ ਹੀ ਨਹੀਂ ਸਕਦਾ। ਤੇ ਇਹ ਸੋਚੋ ਕਿ ਇਹ ਗੱਲਾਂ ਸਿਰਫ ਇਤਿਹਾਸ ਦਾ ਹਿੱਸਾ ਨਹੀਂ ਹਨ। ਗੁਰੂ ਰਵਿਦਾਸ ਜੀ ਦੀਆਂ ਇਹੀ ਸਿੱਖਿਆਵਾਂ ਅੱਗੇ ਜਾ ਕੇ ਜਿੰਨੀਆਂ ਵੀ ਆਧੁਨਿਕ ਜਾਤ ਵਿਰੋਧੀ ਲਹਿਰਾਂ ਹੋਈਆਂ ਨਾ, ਉਹਨਾਂ ਸਾਰਿਆਂ ਲਈ ਇੱਕ ਮਜ਼ਬੂਤ ਨੀਂਹ ਬਣੀਆਂ। ਇਨ੍ਹਾਂ ਵਿਚਾਰਾਂ ਦੀ ਗੂੰਜ ਸਦੀਆਂ ਬਾਅਦ ਵੀ ਸੁਣਾਈ ਦਿੰਦੀ ਹੈ, ਖਾਸ ਕਰਕੇ ਡਾਕਟਰ B.R. ਅੰਬੇਡਕਰ ਦੇ ਕੰਮ ਵਿੱਚ। ਉਹਨਾਂ ਨੇ ਆਪਣੀ ਕਿਤਾਬ ਐਨੀਹਿਲੇਸ਼ਨ ਆਫ ਕਾਸਟ ਵਿੱਚ ਸਾਫ਼-ਸਾਫ਼ ਕਿਹਾ ਕਿ ਜਾਤ ਸਿਰਫ ਕੰਮ ਦੀ ਵੰਡ ਨਹੀਂ, ਇਹ ਤਾਂ ਕੰਮ ਕਰਨ ਵਾਲਿਆਂ ਯਾਨੀ ਮਜ਼ਦੂਰਾਂ ਦੀ ਵੰਡ ਹੈ। ਇੱਕ ਅਜਿਹੀ ਬਿਮਾਰੀ ਜੋ ਹੌਲੀ-ਹੌਲੀ ਪੂਰੀ ਮਨੁੱਖਤਾ ਨੂੰ ਖਾ ਰਹੀ ਹੈ। ਅੱਛਾ, ਇਹ ਤਾਂ ਹੋ ਗਈ ਵਿਚਾਰਾਂ ਦੀ ਗੱਲ, ਪਰ ਇਹ ਵਿਚਾਰ ਅਮਲ ਵਿੱਚ ਕਿਵੇਂ ਆਉਂਦੇ ਨੇ? ਚਲੋ, ਇਸ ਦੀ ਸਭ ਤੋਂ ਵੱਡੀ ਅਤੇ ਜਿਉਂਦੀ ਜਾਗਦੀ ਮਿਸਾਲ ਦੇਖਦੇ ਹਾਂ, ਲੰਗਰ। ਡੇਰੇ ਦਾ ਇੱਕ ਬਹੁਤ ਹੀ ਖਾਸ ਅਸੂਲ ਹੈ, ਪਹਿਲੇ ਪੰਗਤ ਫਿਰ ਸੰਗਤ। ਮਤਲਬ ਬਹੁਤ ਸਾਫ਼ ਹੈ ਕਿ ਰੱਬ ਦੀ ਇਬਾਦਤ ਜਾਂ ਸੰਗਤ ਕਰਨ ਤੋਂ ਵੀ ਪਹਿਲਾਂ ਇਨਸਾਨਾਂ ਦੀ ਬਰਾਬਰੀ ਜ਼ਰੂਰੀ ਹੈ। ਇਸ ਲਈ ਪਹਿਲਾਂ ਸਾਰੇ ਇੱਕੋ ਕਤਾਰ, ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਹਨ ਤੇ ਫਿਰ ਸੰਗਤ ਜੁੜਦੀ ਹੈ। ਜ਼ਰਾ ਇਸ ਫਰਕ ਨੂੰ ਸਮਝੋ। ਇੱਕ ਪਾਸੇ ਹੈ ਸਮਾਜ ਦੀ ਉਹ ਪ੍ਰਣਾਲੀ ਜਿੱਥੇ ਖਾਣ-ਪੀਣ ਵੇਲੇ ਵੀ ਜਾਤ ਪੁੱਛੀ ਜਾਂਦੀ ਹੈ, ਊਚ-ਨੀਚ ਦੇਖੀ ਜਾਂਦੀ ਹੈ, ਤੇ ਦੂਜੇ ਪਾਸੇ ਹੈ ਡੇਰੇ ਦਾ ਲੰਗਰ, ਜਿੱਥੇ ਸਭ ਇੱਕੋ ਕਤਾਰ ਵਿੱਚ ਬੈਠੇ ਨੇ, ਇੱਕੋ ਥਾਲੀ ਵਿੱਚ ਖਾ ਰਹੇ ਨੇ, ਕੋਈ ਕਿਸੇ ਦੀ ਜਾਤ ਨਹੀਂ ਪੁੱਛ ਰਿਹਾ। ਇਹ ਜਾਤ-ਪਾਤ ਦੀਆਂ ਸਾਰੀਆਂ ਦੀਵਾਰਾਂ ਨੂੰ ਤੋੜਨ ਵਾਲਾ ਇੱਕ ਅਮਲੀ ਕਦਮ ਹੈ। ਤੇ ਸਭ ਤੋਂ ਵੱਡੀ ਗੱਲ, ਇਹ ਲੰਗਰ 24 ਘੰਟੇ ਚੱਲਦਾ ਹੈ। ਦਿਨ ਹੋਵੇ ਜਾਂ ਰਾਤ, ਕੋਈ ਵੀ ਆਵੇ, ਕਿਸੇ ਵੀ ਵੇਲੇ ਆਵੇ, ਉਸ ਲਈ ਲੰਗਰ ਹਮੇਸ਼ਾ ਤਿਆਰ ਹੈ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਇਨਸਾਨੀਅਤ ਦੀ ਸੇਵਾ ਕਦੇ ਰੁਕਦੀ ਨਹੀਂ। ਪਰ ਗੱਲ ਸਿਰਫ ਲੰਗਰ ਤੇ ਹੀ ਖਤਮ ਨਹੀਂ ਹੁੰਦੀ। ਡੇਰੇ ਦਾ ਕੰਮ ਇਸ ਤੋਂ ਕਿਤੇ ਅੱਗੇ ਸਮਾਜ ਦੀ ਅਸਲ ਉਸਾਰੀ ਤੱਕ ਜਾਂਦਾ ਹੈ। ਤਾਂ ਇਹ ਸਮਾਜ ਦੀ ਉਸਾਰੀ ਹੁੰਦੀ ਕਿਵੇਂ ਹੈ? ਦੇਖੋ, ਮੁਫਤ ਅੱਖਾਂ ਦਾ ਹਸਪਤਾਲ, ਹੋਰ ਮੈਡੀਕਲ ਸੇਵਾਵਾਂ, ਸਕੂਲਾਂ ਤੇ ਕਾਲਜਾਂ ਦਾ ਪੂਰਾ ਨੈਟਵਰਕ, ਇਹ ਸਭ ਸਿਰਫ ਸੇਵਾ ਨਹੀਂ, ਇਹ ਸ਼ਕਤੀਕਰਨ ਹੈ। ਇਹ ਉਹਨਾਂ ਲੋਕਾਂ ਨੂੰ ਸਿੱਖਿਆ ਤੇ ਸਿਹਤ ਦੇ ਮੌਕੇ ਦੇਣਾ ਹੈ ਜਿਨ੍ਹਾਂ ਤੋਂ ਸਮਾਜ ਨੇ ਸਦੀਆਂ ਤੱਕ ਇਹ ਮੌਕੇ ਖੋਹ ਲਏ ਸੀ।
ਇਹਨਾਂ ਸਾਰੀਆਂ ਸੰਸਥਾਵਾਂ ਦਾ ਮਕਸਦ ਕੀ ਹੈ? ਮਕਸਦ ਇੱਕੋ ਹੀ ਹੈ, ਧਰਤੀ ਤੇ ਇੱਕ ਅਸਲੀ ਬੇਗਮਪੁਰਾ ਸਿਰਜਣਾ, ਇੱਕ ਅਜਿਹਾ ਸਮਾਜ ਬਣਾਉਣਾ ਜਿੱਥੇ ਕਿਸੇ ਨੂੰ ਵੀ ਆਪਣੀ ਪਹਿਚਾਣ ਕਰਕੇ ਸਿਹਤ ਜਾਂ ਸਿੱਖਿਆ ਵਰਗੀਆਂ ਬੁਨਿਆਦੀ ਲੋੜਾਂ ਤੋਂ ਵਾਂਝਾ ਨਾ ਰਹਿਣਾ ਪਵੇ। ਤਾਂ ਇਹ ਸਫ਼ਰ ਇੱਕ ਦਾਰਸ਼ਨਿਕ ਸੁਪਨੇ ਤੋਂ ਸ਼ੁਰੂ ਹੋ ਕੇ ਇੱਕ ਪੂਰੇ ਵਿਸ਼ਵ-ਵਿਆਪੀ ਭਾਈਚਾਰੇ ਤੱਕ ਪਹੁੰਚਦਾ ਹੈ। ਇੱਕ ਅਜਿਹਾ ਭਾਈਚਾਰਾ ਜੋ ਸਿਰਫ ਗੱਲਾਂ ਤੇ ਨਹੀਂ ਬਲਕਿ ਸੇਵਾ ਅਤੇ ਬਰਾਬਰੀ ਦੀ ਠੋਸ ਨੀਂਹ ਤੇ ਖੜਾ ਹੈ। ਤੇ ਅੰਤ ਵਿੱਚ ਇਹ ਸਾਰੀ ਗੱਲਬਾਤ ਸਾਨੂੰ ਇੱਕ ਬਹੁਤ ਹੀ ਅਹਿਮ ਸਵਾਲ ਤੇ ਲਿਆ ਕੇ ਛੱਡਦੀ ਹੈ ਕਿ ਇਨਸਾਫ ਤੇ ਬਰਾਬਰੀ ਵਰਗੇ ਵੱਡੇ-ਵੱਡੇ ਆਦਰਸ਼ਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਛੋਟੇ-ਛੋਟੇ ਕੰਮਾਂ ਰਾਹੀਂ ਅਮਲ ਵਿੱਚ ਕਿਵੇਂ ਲਿਆਂਦਾ ਜਾ ਸਕਦਾ ਹੈ। ਡੇਰਾ ਸੱਚਖੰਡ ਬੱਲਾ ਇਸ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਜਵਾਬ ਦਿੰਦਾ ਹੈ।